नमस्कार। आईपा देख रहे सारी दर्शकों का स्वागत है। मैं बरनाला तो सोनू पल साडे नाल अज जुड़ चुके ने मैडम अर्चना दत्त शर्मा जो कि एसरी सीनियर सैकेंडरी स्कूल कट्टू विखे प्रिंसीपल के तौर पर अपन सेवावां निभा रहे हैं। तो इस दे नाल जो भाजपा के सूबा सीनियर वाइस प्रधान के तौर पर भी अपन सेवावां निभा रहे हैं, जिन्हों का मकसद है भी एक समाज को नवी सेध देना, प्रगतिशील समाज लिए कुछ करना। तो आप इन्हों के अज विचार जानांगे जो अपने पार्टी के जिथे समाज को नवी सेध देने लिए गतिविधियों के लगातार भाग लै रहे हैं, उत्थे ही दसन की किरत करते हुए प्रिंसीपल के तौर पर जोड़ा है अपन सेवावां दे रहे हैं। तो मैम ऑल इंडिया प्रोग्रैसिव पॉलिटिक्स एसोसीएशन एक प्लेटफार्म है, असीं इस तुहाडा स्वागत करते हैं, जिन्हों का मकसद समाज को सेध देना, समाजिक मुद्दे चुकना, प्रगतिशील समाज बनाना तो सरकारां नूं एक चानना देना भी समाज ये मंगदा गा। असीं अज इस चैनल विच तुहाडे नाल जुड़े भी जिस तरह तुसीं प्रिंसीपल के तौर पर सेवावां निभा रहे हो, जानी कि सिक्ख्या एक तीजा नेत्र है। तुसीं किस तरह चाहुंदे भी जिहड़ी सिक्ख्या भी सिक्ख्या का म्यार है जिहड़ा किस तरह का होना चाहिए गा, तो किस तरह का जिहड़ा सिक्ख्या नूं लैके सरकारां नूं कुछ करना चाहिए गा। नमस्कार सारिਆਂ ਨੂੰ। ਐਜ਼ ਏ ਪ੍ਰਿੰਸੀਪਲ ਮੈਂ ਆਪਣੇ ਸਟੂਡੈਂਟਸ ਲਈ ਹਰ ਗੱਲ ਲਈ ਪ੍ਰਤੀਬੱਧ ਹਾਂ। ਤਾਂ ਜਦੋਂ ਮੈਂ ਦੇਖਦੀ ਹਾਂ ਕਿ ਬੱਚੇ ਆਪਣਾ ਫਿਊਚਰ ਸਿਕਿਉਰ ਨਹੀਂ ਸਮਝ ਰਹੇ, ਇੱਥੇ ਬਾਹਰ ਨੂੰ ਪਲਾਨ ਕਰ ਰਹੇ ਤਾਂ ਬੜਾ ਦੁੱਖ ਹੁੰਦਾ ਹੈ, ਕਿਉਂਕਿ ਕੋਈ ਵੀ ਮਾਂ-ਬਾਪ ਨਹੀਂ ਚਾਹੁੰਦੇ ਕਿ ਉਹਨਾਂ ਦੇ ਬੱਚੇ ਉਹਨਾਂ ਤੋਂ ਦੂਰ ਜਾਣ। ਲੇਕਿਨ ਬੱਚਿਆਂ ਦੀ ਅੱਜ ਮਜਬੂਰੀ ਬਣ ਚੁੱਕੀ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਕੋਈ ਵੀ ਭਵਿੱਖ ਨਜ਼ਰ ਨਹੀਂ ਆਉਂਦਾ। ਇੰਨਾ ਪੜ੍ਹ ਲਿਖ ਕੇ ਵੀ ਉਹ ਆਪਣਾ ਫਿਊਚਰ ਸਿਕਿਉਰ ਨਹੀਂ ਸਮਝਦੇ। ਕੋਈ ਪਤਾ ਹੀ ਨਹੀਂ ਹੁੰਦਾ ਕਿੱਥੇ ਨੌਕਰੀ ਲੱਗੇਗੀ, ਮਿਲੇਗੀ ਜਾਂ ਨਹੀਂ ਮਿਲੇਗੀ। ਬੜੇ ਦੁੱਖ ਦੀ ਗੱਲ ਹੈ ਜੇ ਪਿਛੇ ਦਿਨੀ ਸਾਡੇ ਅਧਿਆਪਕ ਵਰਗ 'ਤੇ ਨਿਹੱਥਿਆਂ 'ਤੇ ਡੰਡਿਆਂ ਨਾਲ ਵਾਰ ਕੀਤੇ ਗਏ, ਉਹਨਾਂ ਨੂੰ ਕਿਸੇ ਕ੍ਰਿਮੀਨਲਸ ਦੀ ਤਰ੍ਹਾਂ ਕੁੱਟਿਆ ਗਿਆ। ਮੈਂ ਜਾਣਨਾ ਚਾਹੁੰਦੀ ਹਾਂ ਸਰਕਾਰ ਤੋਂ ਕਿ ਉਹਨਾਂ ਦਾ ਕਸੂਰ ਕੀ ਸੀ? ਉਹ ਸਿਰਫ ਨੌਕਰੀ ਮੰਗ ਰਹੇ ਸੀ ਨਾ। ਅਸੀਂ ਵੀ ਮਾਂ ਬਾਪ ਹਾਂ, ਸਾਡੇ ਬੱਚੇ ਵੀ ਅਸੀਂ ਇੱਕ ਉਮੀਦ ਲੈ ਕੇ ਪੜ੍ਹਾਉਂਦੇ ਹਾਂ ਕਿ ਉਹ ਪੜ੍ਹ ਲਿਖ ਕੇ ਕੱਲ੍ਹ ਨੂੰ ਇੱਕ ਅੱਛਾ ਭਵਿੱਖ ਗੁਜ਼ਾਰਨਗੇ, ਉਹਨਾਂ ਦਾ ਫਿਊਚਰ ਬਰਾਈਟ ਹੋਏਗਾ। ਲੇਕਿਨ ਜਦੋਂ ਸੋਚਦੇ ਹਾਂ ਕਿ ਕੀ ਹੋਏਗਾ ਤਾਂ ਸਾਨੂੰ ਵੀ ਕਿਤੇ ਨਾ ਕਿਤੇ ਇਹ ਬੜੇ ਧੱਕਾ ਲੱਗਦਾ ਹੈ ਕਿ ਕੋਈ ਪਤਾ ਨਹੀਂ ਨੌਕਰੀ ਮਿਲੇਗੀ ਨਹੀਂ ਮਿਲੇਗੀ, ਕੋਈ ਕੰਮ ਮਿਲੇਗਾ ਨਹੀਂ ਮਿਲੇਗਾ, ਜਾਂ ਉਹ ਬੇਰੁਜ਼ਗਾਰੀ ਧੱਕੇ ਖਾਣਗੇ। ਸਿੱਖਿਆ ਦੇ ਮਿਆਰ ਨੂੰ ਕਿਸ ਤਰ੍ਹਾਂ ਦੇਖਦੇ ਵੀ ਇਹਦੇ ਡਿੱਗਣ ਦਾ ਕਾਰਨ ਕੀ ਹੈ ਤੇ ਇਹਨੂੰ ਉੱਚਾ ਕਿਸ ਤਰ੍ਹਾਂ ਚੁੱਕਿਆ ਜਾ ਸਕਦਾ ਹੈ? ਸਿੱਖਿਆ ਦੇ ਮਿਆਰ ਡਿੱਗਣ ਦਾ ਸਭ ਤੋਂ ਬੜਾ ਕਾਰਨ ਤਾਂ ਹਰ ਵਰਗ ਦੇ ਵਿੱਚ ਫੈਲਿਆ ਹੋਇਆ ਭ੍ਰਿਸ਼ਟਾਚਾਰ ਹੀ ਹੈ। ਇਹਦੇ ਮਿਆਰ ਸਿੱਖਿਆ ਦੀ ਤਾਂ ਕਿਹਾ ਜਾਂਦਾ ਸਿੱਖਿਆ ਵਿਚਾਰੀ ਤਾਂ ਪਰਉਪਕਾਰੀ, ਸਿੱਖਿਆ ਆਪਣੇ ਆਪ ਦੇ ਵਿੱਚ ਕੋਈ ਉਹਦੇ ਵਿੱਚ ਕਸੂਰ ਨਹੀਂ ਹੈ। ਸਾਡੇ ਜਿਹੜਾ ਕਹਿ ਲਈਏ ਸਿਸਟਮ ਹੀ ਕੁਛ ਐਸਾ ਬਣ ਚੁੱਕਿਆ ਕਿ ਹਰ ਪਾਸੇ ਲੈਵਲ ਗਿਰਦਾ ਜਾ ਰਿਹਾ ਹੈ। ਪੰਜਾਬ ਦਾ ਤਾਂ ਇੰਨਾ ਕੁ ਬੇੜਾ ਗਰਕ ਹੋ ਚੁੱਕਿਆ ਕਿ ਕਿਸੇ ਪਾਸੇ ਤੁਸੀਂ ਨਜ਼ਰ ਮਾਰ ਲਓ, ਚਾਹੇ ਉਹ ਕਿਸਾਨ ਨੇ, ਚਾਹੇ ਉਹ ਅੱਜ ਅਧਿਆਪਕ ਵਰਗ ਹੈ, ਜਾਂ ਹੋਰ ਸ਼ਾਸਨ ਦੇ ਵਿੱਚ ਚਲਾਉਣ ਵਾਲੇ ਜਿਹੜੇ ਲੋਕ ਨੇ, ਸਭ ਸੜਕਾਂ 'ਤੇ ਫਿਰ ਰਹੇ ਨੇ। ਸਿੱਖਿਆ ਦਾ ਮਿਆਰ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਬੰਦਾ ਸਿੱਖਿਆ ਪਾ ਕੇ ਆਪਣੇ ਆਪ ਨੂੰ ਗੌਰਵਾਨਵਿਤ ਮਹਿਸੂਸ ਕਰੇ, ਸਿਕਿਉਰ ਮਹਿਸੂਸ ਕਰੇ, ਨਾ ਕਿ ਪੜ੍ਹਦੇ ਜਾਓ ਅਖੀਰ 'ਚ ਇਹ ਹੋਵੇ ਵੀ ਹੁਣ ਮੈਂ ਕੀ ਕਰਾਂ। ਜਿਸ ਤਰ੍ਹਾਂ ਤੁਸੀਂ ਪ੍ਰਿੰਸੀਪਲ ਦੇ ਤੌਰ 'ਤੇ ਸੇਵਾ ਨਿਭਾ ਰਹੇ ਹੋ, ਤਾਂ ਜਿਹੜਾ ਮਨੁੱਖੀ ਜੀਵਨ ਹੈ, ਇਨਸਾਨੀ ਜੀਵਨ ਹੈ ਜਾਂ ਵਿਦਿਆਰਥੀ ਜੀਵਨ ਹੈ, ਉਸ 'ਚ ਗੁਰੂ ਦੇ ਪ੍ਰਕਾਸ਼ ਦਾ ਹੋਣਾ ਬੜਾ ਜ਼ਰੂਰੀ ਹੁੰਦਾ ਹੈ। ਤਾਂ ਤੁਸੀਂ ਜੇ ਦਿਨ ਦੀ ਸ਼ੁਰੂਆਤ ਦੀ ਗੱਲ ਕਰੀਏ, ਜਿਵੇਂ ਪ੍ਰਿੰਸੀਪਲ ਦੇ ਤੌਰ 'ਤੇ ਇੱਕ ਗੁਰੂ ਦੇ ਤੌਰ 'ਤੇ ਆਪਣੀ ਸੇਵਾਵਾਂ ਦੇ ਰਹੇ ਹੋ, किस तरह दिन की शुरुआत करते हो भी किस तरह सोचते हो भी अज विद्यार्थियों की जिंदगी किस तरह का उजाला किया जाना तो किस तरह उन्होंने जो मार्गदर्शन कर दोगे? ਇੱਕੋ ਹੀ ਮਨ ਦੇ ਵਿੱਚ ਉਮੀਦ ਹੁੰਦੀ ਹੈ, ਇੱਕੋ ਹੀ ਆਸ ਹੁੰਦੀ ਹੈ, ਇੱਕੋ ਹੀ ਭਾਵਨਾ ਲੈ ਕੇ ਸਕੂਲ ਵਿੱਚ ਕਦਮ ਰੱਖੀਦਾ ਹੈ ਕਿ ਮੇਰੇ ਆਉਣ ਬੱਚੇ ਆ ਜਿਹੜੇ ਉਹਨਾਂ ਦਾ ਕੁਛ ਮੈਂ ਐਸਾ ਕਰਾਂ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਇੱਕ ਆਦਰਸ਼ ਟੀਚਰ ਦੇ ਤੌਰ 'ਤੇ ਯਾਦ ਕਰਨ। ਉਹਨਾਂ ਦੀ ਹਰ ਕੋਈ ਵੀ ਸਮੱਸਿਆ, ਚਾਹੇ ਉਹ ਕਿਸੇ ਵੀ ਲੈਵਲ ਦੀ ਹੋਵੇ, ਚਾਹੇ ਪੜ੍ਹਾਈ ਨਾਲ ਰਿਲੇਟਡ ਹੋਵੇ ਜਾਂ ਹੋਰ ਹੋਵੇ, ਕੋਸ਼ਿਸ਼ ਕਰਦੇ ਹਾਂ ਕਿ ਉਹਨੂੰ ਦੂਰ ਕੀਤਾ ਜਾਵੇ। ਕਿਉਂਕਿ ਮੈਂ ਨਹੀਂ ਸਮਝਦੀ ਕਿ ਬੱਚਿਆਂ ਪ੍ਰਤੀ ਜੋ ਜ਼ਿੰਮੇਵਾਰੀਆਂ ਮਾਂ-ਬਾਪ ਨਾਲੋਂ ਸਾਡੀਆਂ ਘੱਟ ਨੇ। ਮੈਂ ਤਾਂ ਕਿਸੇ ਨਾ ਕਿਸੇ ਉਸ 'ਚ ਸੋਚਦੀ ਹਾਂ ਕਿ ਸ਼ਾਇਦ ਸਾਡੀ ਜ਼ਿੰਮੇਵਾਰੀ ਉਹਨਾਂ ਨਾਲੋਂ ਵੀ ਵੱਧ ਹੈ। ਉਹਨਾਂ ਨੂੰ ਜਨਮ ਦੇ ਸਕਦੇ ਹਾਂ, ਪਾਲਣ ਪੋਸ਼ਣ ਕਰ ਸਕਦੇ, ਲੇਕਿਨ ਸਹੀ ਮਾਇਨੇ 'ਚ ਇਨਸਾਨ ਟੀਚਰ ਦੀ ਸਿੱਖਿਆ ਨਹੀਂ ਬਣਾਉਣਾ ਹੈ। ਅੱਜ ਕੱਲ੍ਹ ਬੱਚੇ ਵੀ ਇਸ ਚੀਜ਼ ਨੂੰ ਬਹੁਤ ਸਮਝਦੇ ਨੇਗੇ। ਹਾਲਾਂਕਿ ਪਹਿਲਾਂ ਵਾਲਾ ਯੁੱਗ ਨਹੀਂ ਰਿਹਾ ਜੋ ਗੁਰੂ ਔਰ ਸ਼ਿਸ਼ ਦਾ ਸੀ, ਲੇਕਿਨ ਫਿਰ ਵੀ ਮੈਂ ਕਹਿੰਦੀ ਹਾਂ ਅਗਰ ਟੀਚਰ ਕਾਬਿਲ ਹੈ, ਬੱਚੇ ਇਸ ਚੀਜ਼ ਨੂੰ ਮਹਿਸੂਸ ਕਰਦੇ ਨੇ ਤਾਂ ਮਾਣ ਵੀ ਕਰਦੇ ਨੇ, ਸਤਿਕਾਰ ਵੀ ਕਰਦੇ ਨੇ। ਜੇਕਰ ਸਿੱਖਿਆ ਦੀ ਗੱਲ ਕਰੀ ਤਾਂ
ਅੱਜ ਸਿੱਖਿਆ ਲੈਣ ਦੇ ਲਈ ਲਗਾਤਾਰ ਜਹਾਜ਼ ਚੜ੍ਹ ਕੇ ਨੌਜਵਾਨ ਜਾ ਰਹੇ ਨੇ, ਜਾਂ ਲਗਾਤਾਰ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਵਿਦੇਸ਼ਾਂ 'ਚ ਜਾ ਰਹੀ ਹੈ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਦੇਸ਼ ਦੀ ਸਿੱਖਿਆ ਨੂੰ ਕਿਸ ਤਰ੍ਹਾਂ ਦੀ ਜਿਹੜੀ ਜ਼ਰੂਰਤ ਮਹਿਸੂਸ ਕਰਦੇ ਹੋਗੇ ਸਮਾਜ ਦੇ ਵਿੱਚ? ਗੱਲ ਕਰੀਏ ਇਸ ਮੁੱਦੇ ਦੀ ਤਾਂ ਇਹ ਸਾਡੇ ਲਈ ਇੱਕ ਬਹੁਤ ਵੱਡੀ ਤਰਾਸਦੀ ਹੈ ਕਿ ਸਾਡਾ ਜਿਹੜਾ ਯੂਥ ਹੈ, ਟੈਲੈਂਟਡ ਯੂਥ, ਉਹ ਸਾਰਾ ਬਾਹਰ ਵੱਲ ਪਲਾਨ ਕਰ ਰਿਹਾ ਹੈ। ਇੱਕ ਦਿਨ ਐਸਾ ਆਏਗਾ ਕਿ ਸਾਰੇ ਇਹ ਸਾਡੀਆਂ ਪਿੰਡ ਤਾਂ ਖਾਸ ਕਰ ਖਾਲੀ ਹੋ ਜਾਣਗੇ, ਤਾਂ ਬਜ਼ੁਰਗ ਹੀ ਨਜ਼ਰ ਆਉਣਗੇ। ਕਿਉਂਕਿ ਅੱਜ ਦੀ ਘੜੀ ਅਗਰ ਕਿਸੇ ਨੂੰ ਪੁੱਛਦੇ, ਮੈਨੂੰ ਯਾਦ ਆਉਂਦਾ ਜਦੋਂ ਕੁਝ ਐਸੇ ਹੁੰਦੇ ਸੀ ਜਾਂ ਕੁਝ ਪੁੱਛਦੇ ਸੀ ਕਿ ਬੱਚੋ ਤੁਹਾਡਾ ਏਮ ਕੀ ਹੈ, ਕੋਈ ਕਹਿੰਦਾ ਸੀ ਮੈਂ ਟੀਚਰ ਬਣਨਾ ਹੈ, ਕੋਈ ਕਹਿੰਦਾ ਸੀ ਮੈਂ ਡਾਕਟਰ ਬਣਨਾ ਹੈ, ਕੋਈ ਇੰਜੀਨੀਅਰ ਬਣਨਾ ਹੈ, ਕੋਈ ਕੁਝ। ਲੇਕਿਨ ਅੱਜ ਇੱਕ ਐਸਾ ਸਮਾਂ ਆ ਗਿਆ, ਕਿਸੇ ਨੂੰ ਵੀ ਪੁੱਛਿਆ ਜਾਵੇ ਤਾਂ ਇੱਕੋ ਹੀ ਕੁਐਸਚਨ ਆਨਸਰ ਹੁੰਦਾ ਹੈ ਕਿ ਮੈਮ ਆਈਲੈਟਸ ਕਰਕੇ ਬਾਹਰ ਜਾਣਾ ਹੈ, ਕਿਸੇ ਤਰੀਕੇ ਵੀ। ਤਾਂ ਦੁੱਖ ਹੁੰਦਾ ਹੈ ਕਿ ਕਿਵੇਂ ਇਹ ਥਮੂਗੀ ਇਹ ਜਿਹੜੀ ਪਰੰਪਰਾ ਚੱਲ ਪਈ ਹੈ ਕਿ ਐਦਾਂ ਹੀ ਪਲਾਇਨ ਹੁੰਦਾ ਜਾਏਗਾ। ਕਿਉਂਕਿ ਇਹ ਸਾਡੇ ਦੇਸ਼ ਦੇ ਲਈ ਇੱਕ ਬੜੀ ਦੁਖਦ ਤਰਾਸਦੀ ਹੈ ਕਿ ਜਦੋਂ ਉਸ ਯੂਥ ਨੇ ਕਾਬਲ ਹੋ ਕੇ ਕਿਤੇ ਤਾਂ ਦੇਸ਼ ਲਈ ਕੰਮ ਕਰਨਾ ਸੀ, ਕਿਤੇ ਉਹ ਬਾਹਰ ਵਿਦੇਸ਼ਾਂ 'ਚ ਜਾ ਕੇ ਉਹਨਾਂ ਦੀ ਤਰੱਕੀ ਦੇ ਵਿੱਚ ਯੋਗਦਾਨ ਦੇ ਰਹੇ ਹਨ। ਤਾਂ ਕਿ ਸਾਨੂੰ ਸਾਡੇ ਉੱਪਰ ਬੈਠੇ ਸਰਕਾਰਾਂ ਨੂੰ ਸੋਚਣਾ ਨਹੀਂ ਚਾਹੀਦਾ ਕਿ ਸਿੱਖਿਆ ਦਾ ਕੁਝ ਮਿਆਰ ਐਦਾਂ ਕੀਤਾ ਜਾਵੇ, ਕੋਈ ਐਦਾਂ ਦੀ ਚੇਂਜ ਕੀਤਾ ਜਾਵੇ ਕਿ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਮਹਿਸੂਸ ਨਾ ਹੋਵੇ। ਜੇਕਰ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਨੂੰ ਇੱਕ ਤਰ੍ਹਾਂ ਦੇਸ਼ ਦੀ ਮਾਂ ਕਿਹਾ ਜਾਂਦਾ, ਜਿਹਨੇ ਦੇਸ਼ ਨੂੰ ਚਲਾਉਣਾ ਹੁੰਦਾ ਹੈਗਾ। ਤਾਂ ਤੁਸੀਂ ਕਿਸ ਤਰ੍ਹਾਂ ਦਾ ਮਤਲਬ ਜਿਹੜਾ ਐਕਸਪੈਕਟ ਕਰਦੇ ਹੋ ਸਰਕਾਰ ਤੋਂ, ਇੱਕ ਝਾਕ ਕਰਦੇ ਹੋ ਸਮਾਜ ਨੂੰ ਸਿਰਜਣ ਦੇ ਲਈ ਵੀ ਸਰਕਾਰ ਨੂੰ ਸਿੱਖਿਆ ਦੇ ਮਿਆਰ ਲਈ ਜਾਂ ਨੌਜਵਾਨ ਪੀੜ੍ਹੀ ਨੂੰ ਜਿਹੜਾ ਹਾਇਰ ਐਜੂਕੇਸ਼ਨ ਲਈ ਕਿਸ ਤਰ੍ਹਾਂ ਦੇ ਉਹਨਾਂ ਨੂੰ ਉਪਰਾਲੇ ਕਰਨੇ ਚਾਹੀਦੇ ਨੇਗੇ? ਜੀ ਹਰ ਉਪਰਾਲੇ ਤਾਂ ਬਹੁਤ ਹੈਗੇ ਹੈ, ਲੇਕਿਨ ਨੀਅਤ ਸਾਫ਼ ਹੋਣੀ ਚਾਹੀਦੀ ਹੈ। ਪੰਜਾਬ ਦੇ ਵਿੱਚ ਤਾਂ ਤੁਸੀਂ ਚਾਰੋਂ ਤਰਫ ਨਜ਼ਰ ਮਾਰ ਲਓ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਸਮੇਂ ਕੋਈ ਸਰਕਾਰ ਸਹੀ ਤਰੀਕੇ ਨਾਲ ਕੰਮ ਕਰ ਰਹੀ ਹੈ। ਪੰਜਾਬ ਦਾ ਇੰਨਾ ਕੁ ਲਾਸ ਹੋ ਚੁੱਕਿਆ, ਮੈਨੂੰ ਨਹੀਂ ਲੱਗਦਾ ਇਹ ਕਿਵੇਂ ਭਰਿਆ ਜਾਊਗਾ। ਚਾਰੋਂ ਤਰਫ ਤੁਸੀਂ ਨਜ਼ਰ ਮਾਰ ਕੇ ਦੇਖੋ, ਅਨੁਸ਼ਾਸਨਹੀਨਤਾ ਹੀ ਨਜ਼ਰ ਆ ਰਹੀ ਹੈ। ਹਰ ਵਰਗ ਸੜਕਾਂ 'ਤੇ ਬੈਠਾ ਹੈ। ਸਿੱਖਿਆ ਤਾਂ ਹੀ ਕੁਝ ਕਰੇਗੀ ਨਾ ਜੇ ਸਭ ਆਪਣੀ ਜਗ੍ਹਾ ਸੰਤੁਸ਼ਟ ਹੋਣਗੇ। ਲੇਕਿਨ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਨੂੰ ਸੰਤੁਸ਼ਟ ਕਰਨ ਦੀ ਬਜਾਏ ਉਹਨਾਂ ਨੂੰ ਡੰਡੇ ਮਾਰੇ ਜਾਂਦੇ ਹਨ। ਉਹਨਾਂ ਦੀ ਗੱਲ ਸੁਣਨ, ਵਿਚਾਰ ਕਰਨ। ਮੈਂ ਨਹੀਂ ਕਹਿੰਦੀ ਸਾਰੀਆਂ ਮੰਗਾਂ ਮੰਨਣ ਲਾਇਕ ਹੁੰਦੀਆਂ ਹਨ, ਲੇਕਿਨ ਸਰਕਾਰ ਸੁਣ ਤਾਂ ਸਕਦੀ ਹੈ ਨਾ ਸਾਰਿਆਂ ਨੂੰ। ਇੱਕ ਭਰੋਸਾ ਤਾਂ ਦਿੱਤਾ ਜਾ ਸਕਦਾ ਕਿ ਜਿੰਨਾ ਸਾਡੇ ਤੋਂ ਬਣੇਗਾ ਅਸੀਂ ਕਰਾਂਗੇ। ਅੱਜ ਸਿੱਖਿਆ ਦੇ ਖੇਤਰ ਦੇ ਵਿੱਚ ਵੀ ਬਹੁਤ ਸਾਰੇ ਸੁਧਾਰ ਲਿਆਉਣ ਦੀ ਲੋੜ ਤਾਂ ਹੈਗੀ ਹੈ। ਜਿਸ ਤਰ੍ਹਾਂ ਨੌਜਵਾਨ ਨੂੰ ਦੇਸ਼ ਦਾ ਭਵਿੱਖ ਕਿਹਾ ਜਾਂਦਾ ਹੈ, ਅਤੇ ਜਿਹੜਾ ਸਿਕਸ਼ਕ ਹੁੰਦਾ ਵਾ ਉਹਦਾ ਇੱਕ ਗੁਰੂ ਹੁੰਦਾ, ਇੱਕ ਮਾਰਗਦਰਸ਼ਨ ਹੁੰਦਾ। ਪਰ ਅੱਜ ਸਿਕਸ਼ਕ ਜਾਂ ਆਪਣੀ ਨੌਕਰੀ ਲੈਣ ਲਈ ਜਾਂ ਆਪਣੇ ਹੱਕ ਲੈਣ ਲਈ ਸੜਕਾਂ 'ਤੇ ਉਤਰਿਆ ਹੋਇਆ। ਤਾਂ ਸਿੱਖਿਆ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋਗੇ? ਬੜੀ ਹਾਸੋਹੀਣੀ ਗੱਲ ਹੈ ਕਿ ਅਸੀਂ ਉਸ ਸ਼ਿਕਸ਼ਕ ਤੋਂ ਉਮੀਦ ਕਰ ਰਹੇ ਹਾਂ ਕਿ ਉਹ ਸਾਡੇ ਸਮਾਜ ਨੂੰ ਉੱਚਾ ਚੱਕੇ, ਸਾਡੇ ਯੂਥ ਦੀ ਜ਼ਿੰਦਗੀ ਨੂੰ ਸੰਵਾਰੇ, ਜਦੋਂ ਕਿ ਉਹਦਾ ਆਪਣਾ ਫਿਊਚਰ ਹੀ ਬੜਾ ਭੱਬਲ ਭੁੱਸੇ 'ਚ ਪਿਆ ਹੋਇਆ ਹੈ। ਉਹਨੂੰ ਖੁਦ ਨਹੀਂ ਸਮਝ ਆ ਰਿਹਾ ਮੈਂ ਕੀ ਕਰਾਂ। ਇੰਨੇ ਪੜ੍ਹੇ ਲਿਖੇ ਹਾਇਰ ਐਜੂਕੇਸ਼ਨ ਪ੍ਰਾਪਤ ਕਰਕੇ ਵੀ ਲੋਕ 5-5 4-4 ਹਜ਼ਾਰ 'ਤੇ ਨੌਕਰੀਆਂ ਕਰਨ ਨੂੰ ਮਜਬੂਰ ਨੇ, ਕਿਉਂਕਿ ਉਹਨਾਂ ਦਾ ਮੁੱਲ ਨਹੀਂ ਪੈ ਰਿਹਾ। ਜੇ ਤੁਸੀਂ ਕਿਸੇ ਸ਼ਿਕਸ਼ਕ ਦੀ ਜ਼ਿੰਦਗੀ ਨੂੰ ਸਵਾਰੋਗੇ, ਉਹਨੂੰ ਇੱਕ ਸਥਾਈ ਤਬ ਦਿਓਗੇ, ਤਾਂ ਹੀ ਉਹ ਅੱਗੇ ਤੁਹਾਡੇ ਬੱਚਿਆਂ ਦਾ ਫਿਊਚਰ ਸਵਾਰੇਗਾ ਨਾ। ਉਹਨੂੰ ਆਪਣੇ ਬੱਚਿਆਂ ਦੀ ਫਿਕਰ ਹੈ, ਉਹਨੂੰ ਆਪਣੀ ਰੋਟੀ ਦੀ ਫਿਕਰ ਹੈ ਕਿ ਪੂਰੀ ਹੋਏਗੀ ਕਿ ਪਤਾ ਨਹੀਂ ਕਿੱਦਾਂ ਮੈਂ ਕਰੂੰਗਾ, ਅਤੇ ਉਹ ਬੱਚਿਆਂ ਦੀ ਸਿੱਖਿਆ ਵੱਲ ਧਿਆਨ ਕਿੱਥੋਂ ਦੇਵੇ? ਤੁਸੀਂ ਚਾਹੇ ਸਮਾਜ ਨੂੰ ਸੇਧ ਲਗਾ ਲਈਏ ਜਾਂ ਸਮਾਜਿਕ ਮੁੱਦਿਆਂ ਦੇ ਹੱਲ ਲਾ ਲਈਏ, ਤੁਸੀਂ ਭਾਜਪਾ ਦੇ ਨਾਲ ਜੁੜੇ ਹੋਏ ਹੋ, ਜਿਹਦੇ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਦੇ ਤੌਰ 'ਤੇ ਸੇਵਾਵਾਂ ਦੇ ਰਹੇ ਹੋ। ਭਾਜਪਾ ਵੀ ਪੰਜਾਬ ਦੇ ਵਿੱਚ ਜਿਹੜਾ ਆਪਣਾ ਪੈਰ ਜਮਾ ਰਹੀ ਹੈ। ਤਾਂ ਤੁਸੀਂ ਕਿਸ ਤਰ੍ਹਾਂ ਮਤਲਬ ਇੱਕ ਸੋਚਦੇ ਹੋ ਜਾਂ ਤੁਹਾਡੇ ਕਿਸ ਤਰ੍ਹਾਂ ਦੇ ਵਿਚਾਰ ਨੇ ਵੀ ਜੇ ਭਾਜਪਾ ਆਵੇ ਤਾਂ ਇਸ ਤਰ੍ਹਾਂ ਦੀ ਚੀਜ਼ਾਂ ਹੋਣ ਜਾਂ ਇਹ ਹੋਣਾ ਚਾਹੀਦਾ ਹੈ? ਦੇਖੋ ਜੀ, ਬੜੇ ਉਸ ਦੀ ਗੱਲ ਹੈ, ਤੁਸੀਂ ਮੇਰੇ ਤੋਂ ਪੁੱਛਿਆ। ਇਹ ਕਾਂਗਰਸ ਸਰਕਾਰ ਚੱਲ ਰਹੀ ਹੈ। ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਸਰਕਾਰਾਂ ਦੇ ਕੰਮ ਦੇਖ ਲਏ ਨੇ। ਸਰਕਾਰਾਂ ਬਦਲਦੀਆਂ ਨੇ, ਲੇਕਿਨ ਵਿਵਸਥਾ ਉੱਦਾਂ ਦੀ ਉੱਦਾਂ ਹੀ ਚੱਲੀ ਜਾ ਰਹੀ ਹੈ। ਕੀ ਤੁਸੀਂ ਮਹਿਸੂਸ ਕੀਤਾ ਕਿ ਕਿਸੇ ਪਾਸੇ ਤੁਹਾਨੂੰ ਕੋਈ ਵਿਵਸਥਾ ਚੇਂਜ ਹੋਈ ਨਜ਼ਰ ਆਈ? ਕੋਈ ਕਰਪਸ਼ਨ ਘਟੀ, ਕੋਈ ਬੇਰੁਜ਼ਗਾਰੀ ਘਟੀ, ਕੋਈ ਸਿੱਖਿਆ ਦਾ ਲੈਵਲ ਉੱਚਾ ਹੋਇਆ, ਕੋਈ ਲੋਕਾਂ ਦਾ ਜ਼ਿੰਦਗੀ ਜਿਉਣ ਦਾ ਢੰਗ ਉੱਚਾ ਹੋਇਆ? ਕੋਈ ਵੀ ਕਿਸੇ ਪਾਸੇ ਵਿਵਸਥਾ ਤਾਂ ਬਦਲੀ ਨਹੀਂ। ਤਾਂ ਸੈਂਟਰ ਦੇ ਵਿੱਚ ਅੱਜ ਅਸੀਂ ਦੇਖ ਰਹੇ ਹਾਂ ਕਿ ਮਾਨਨੀय ਨਰਿੰਦਰ ਮੋਦੀ ਜੀ ਦੇ ਨੇਤਰਤਵ ਦੇ ਵਿੱਚ ਦੂਸਰੀ ਟਰਮ ਚੱਲ ਰਹੀ ਹੈ। ਤਾਂ ਇੱਕ ਵੀ ਕੇਸ ਮੈਨੂੰ ਕਿਸੇ ਦਾ ਦੱਸ ਦਿਓ ਤੁਸੀਂ ਕੋਈ ਭ੍ਰਿਸ਼ਟਾਚਾਰ ਦਾ ਸੁਣਿਆ? ਜਦੋਂ ਕਿ ਉਸ ਤੋਂ ਪਹਿਲਾਂ ਦਾ ਜਿਹੜਾ ਸਮਾਂ ਸੀ ਕਾਂਗਰਸ ਦੇ ਵਿੱਚ,
ਮੈਨੂੰ ਲੱਗਦਾ ਕੋਈ ਵੀ ਦਿਨ ਨਹੀਂ ਹੁੰਦਾ ਸੀ ਅਖਬਾਰ ਚੱਕਦੇ ਤੁਹਾਨੂੰ ਕੋਈ ਘੁਟਾਲਾ ਨਾ ਮਿਲਦਾ। ਤੁਸੀਂ ਦਿਲ ਤੇ ਹੱਥ ਰੱਖ ਕੇ ਦੱਸੋ ਕਿ ਤੁਸੀਂ ਮਹਿਸੂਸ ਕਰਦੇ ਹੋ ਕਿ ਨਹੀਂ ਕਰਦੇ ਕਿ ਅੱਜ ਇੱਕ ਇਮਾਨਦਾਰ ਸਰਕਾਰ ਦੇਸ਼ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ, ਦੇਸ਼ ਵਾਸੀਆਂ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ। ਤੇ ਮੈਂ ਇਹੀ ਚਾਹੁੰਦੀ ਹਾਂ ਵੀ ਜੇਕਰ ਪੰਜਾਬ ਦਾ ਫਿਊਚਰ ਵੀ ਅਸੀਂ ਉਜਵਲ ਦੇਖਣਾ ਚਾਹੁੰਦੇ ਹਾਂ, ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ, ਤਾਂ ਅਸੀਂ ਉਮੀਦ ਕਰਦੇ ਹਾਂ ਕਿ ਭਾਜਪਾ ਸਾਨੂੰ ਵੀ ਸੁਸ਼ਾਸਨ ਵਾਲੀ ਸਰਕਾਰ ਉਰੇ ਦੇਵੇਗੀ। ਲੋਕਾਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਅਗਰ ਤੁਸੀਂ ਇੱਕ ਵਿਸ਼ਵਾਸ ਜਤਾਓਗੇ ਤਾਂ ਸਰਕਾਰ ਤੁਹਾਡੇ ਵਿਸ਼ਵਾਸ ਤੇ ਖਰੀ ਵੀ ਉਤਰੇਗੀ, ਕਿਉਂਕਿ ਇਹ ਗੱਲੀ ਬਾਤੀ ਨਹੀਂ ਹੈ। ਅਸੀਂ ਸੈਂਟਰ ਦੇ ਵਿੱਚ ਅੱਜ 7 ਸਾਲ ਤੋਂ ਵੱਧ ਹੋ ਚੁੱਕੇ ਨੇ, ਸਰਕਾਰ ਬੜੇ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ, ਹਰ ਖੇਤਰ ਦੇ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਗਰੀਬਾਂ ਲਈ ਵੀ ਬੜਾ ਕੰਮ ਹੋ ਰਿਹਾ ਹੈ, ਸਭ ਲਈ ਕੰਮ ਹੋ ਰਿਹਾ ਹੈ, ਤਾਂ ਫਿਰ ਪੰਜਾਬ ਵਿੱਚ ਕਿਉਂ ਨਹੀਂ ਹੋਵੇਗਾ। ਜੇਕਰ ਭਾਜਪਾ ਪੰਜਾਬ 'ਚ ਸਰਕਾਰ ਬਣਾਉਂਦੀ ਹੈ ਤਾਂ ਤੁਸੀਂ ਕਿਸ ਤਰ੍ਹਾਂ ਉਸ ਤੋਂ ਸਰਕਾਰ ਤੋਂ ਐਕਸਪੈਕਟ ਕਰਦੇ ਹੋ ਵੀ ਉਹਨੂੰ ਪੰਜਾਬ ਲਈ ਕੀ ਕਰਨਾ ਚਾਹੀਦਾ ਹੈਗਾ, ਕਿਸ ਤਰ੍ਹਾਂ ਦਾ ਪੰਜਾਬ ਚਾਹੁੰਦੇ ਹੋ ਸਰਕਾਰ ਤੋਂ? ਪੰਜਾਬ ਦੇ ਵਿੱਚ ਅਗਰ ਭਾਜਪਾ ਸਰਕਾਰ ਆਉਂਦੀ ਹੈ ਉਹਦੇ ਲਈ ਚੁਣੌਤੀਆਂ ਬਹੁਤ ਹੋਣਗੀਆਂ, ਕਿਉਂਕਿ ਅੱਜ ਪੰਜਾਬ ਜਿਸ ਮੁਹਾਨੇ ਤੇ ਖੜਾ ਹੈ ਉਹਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੈ। ਲੇਕਿਨ ਫਿਰ ਵੀ ਮੈਂ ਜਾਣਦੀ ਹਾਂ ਕਿ ਭਾਜਪਾ ਇੱਕ ਡੈਡੀਕੇਟਡ, ਇੱਕ ਦੇਸ਼ ਦੇ ਪ੍ਰਤੀ ਸਮਰਪਿਤ ਪਾਰਟੀ ਹੈ। ਇਹਦੇ ਵਿੱਚ ਦੇਸ਼ ਦੇ ਪ੍ਰਤੀ ਸਮਰਪਿਤ ਲੋਕਾਂ ਦਾ ਜਮਾਵੜਾ ਹੈ, ਤਾਂ ਇਸ ਨੂੰ ਪੰਜਾਬ ਨੂੰ ਤਰੱਕੀ ਦੇ ਤੇ ਰਾਹ ਤੇ ਲੈ ਕੇ ਜਾਣਾ ਜ਼ਰੂਰ ਮੁਮਕਿਨ ਹੋਵੇਗਾ। ਉਹਦੇ ਵਿੱਚ ਕਈ ਸੁਧਾਰ ਵੀ, ਸਭ ਤੋਂ ਪਹਿਲਾਂ ਤਾਂ ਭ੍ਰਿਸ਼ਟਾਚਾਰ ਮੁਕਤ ਹੋਣਾ ਚਾਹੀਦਾ ਹੈ, ਜਿਹੜਾ ਕਿ ਪੰਜਾਬ ਦੇ ਖੂਨ ਵਿੱਚ ਵਸ ਚੁੱਕਿਆ ਹੈ। ਨਸ਼ੇ ਦੇ ਦਰਿਆ ਜਿਹੜੇ ਵੱਡੇ ਵੱਡੇ ਵਾਅਦੇ ਕੀਤੇ ਗਏ ਨੇ, ਉਹਨੂੰ ਠੱਲ ਪਾਉਣ ਦੀ ਲੋੜ ਹੈ। ਲੋਕਾਂ ਦੀ ਜੀਵਨ ਸ਼ੈਲੀ ਨੂੰ ਥੋੜਾ ਉੱਚਾ ਚੱਕਣ ਦੀ ਲੋੜ ਹੈ। ਮਹਿੰਗਾਈ ਤੋਂ, ਕਿਉਂਕਿ ਇੰਨੇ ਕੁ ਕਰ ਸਾਡੇ ਤੇ ਲੱਦੇ ਜਾ ਚੁੱਕੇ ਹਨ, ਲੋਕਾਂ ਦਾ ਮਹਿੰਗਾਈ ਨਾਲ ਕਮਰ ਟੁੱਟਦੀ ਜਾ ਰਹੀ ਹੈ। ਪੰਜਾਬ ਦੇ ਵਿੱਚ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੂਰ ਕਰਨ ਦੀ ਲੋੜ ਹੈ। ਜੇਕਰ ਆਪਾਂ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਤੁਸੀਂ ਕਿਸ ਤਰ੍ਹਾਂ ਦਾ ਚਾਹੁੰਦੇ ਹੋ ਪੰਜਾਬ ਵੀ, ਕਿਸ ਤਰ੍ਹਾਂ ਦਾ ਪੰਜਾਬ ਹੋਣਾ ਚਾਹੀਦਾ, ਕਿਸ ਤਰ੍ਹਾਂ ਦਾ ਸੂਬਾ ਦੇਖਣਾ ਚਾਹੁੰਦੇ ਹੋ, ਦੇਸ਼ ਦੇਖਣਾ ਚਾਹੁੰਦੇ ਹੋ? ਪੰਜਾਬ ਜਿਵੇਂ ਕਿ ਇੱਕ ਹੱਸਦਾ ਖੇਡਦਾ ਸੂਬਾ ਸੀ, ਸਾਰੇ ਦੇਸ਼ ਦੇ ਵਿੱਚ ਇਹਨੂੰ ਮੰਨਿਆ ਜਾਂਦਾ ਸੀ ਕਿ ਸਭ ਤੋਂ ਵੱਧ ਤਰੱਕੀ ਵਾਲਾ, ਸਭ ਤੋਂ ਅੱਗੇ ਖੁਸ਼ਹਾਲ ਇੱਕ ਸੂਬਾ ਹੈ। ਲੇਕਿਨ ਅੱਜ ਦੀ ਗੱਲ ਕਰੀਏ, ਮੈਨੂੰ ਲੱਗਦਾ ਸਾਡੇ ਤੋਂ ਹਰਿਆਣਾ, ਜਿਹੜਾ ਕਿ ਬਾਅਦ ਵਿੱਚ ਹੋਂਦ ਵਿੱਚ ਆਇਆ, ਛੋਟਾ ਵੀ ਹੈ ਲੇਕਿਨ ਉਹ ਸਾਡੇ ਤੋਂ ਕਿਤੇ ਅੱਗੇ ਨਿਕਲ ਗਿਆ। ਕੀ ਇੱਥੋਂ ਦੇ ਲੋਕ ਕਰਮਠ ਨਹੀਂ? ਕੀ ਇੱਥੋਂ ਦੇ ਲੋਕ ਮਿਹਨਤੀ ਨਹੀਂ? ਬਹੁਤ ਮਿਹਨਤੀ ਹੈ, ਪੂਰਾ ਦਮਖਮ ਵਾਲੇ ਲੋਕ ਨੇ, ਲੇਕਿਨ ਇਹਨਾਂ ਨੂੰ ਸੇਧ ਦੇਣ ਦੀ ਲੋੜ ਹੈ, ਇਹਨਾਂ ਨੂੰ ਮੌਕੇ ਮਿਲਣ ਦੀ ਲੋੜ ਹੈ। ਪੰਜਾਬ ਉਸੇ ਤਰ੍ਹਾਂ ਹੀ ਤਰੱਕੀ ਤੇ ਵੀ ਆਵੇਗਾ ਅਗਰ ਭਾਜਪਾ ਸਰਕਾਰ ਆਉਂਦੀ ਹੈ, ਤਾਂ ਮੈਂ ਦੇਖਦੀ ਹਾਂ ਕਿ ਸ਼ਾਇਦ ਸਾਡੇ ਪੰਜਾਬ ਦਾ ਭਵਿੱਖ ਬਹੁਤ ਉਜਵਲ ਹੋਵੇਗਾ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਆਲ ਇੰਡੀਆ ਪ੍ਰੋਗਰੈਸਿਵ ਪੋਲਿਟਿਕਸ ਐਸੋਸੀਏਸ਼ਨ ਮੰਚ ਦੇ ਤੋਂ ਨਾਲ ਗੱਲ ਕਰ ਰਹੇ ਹਾਂ, ਇਹਨਾਂ ਵੱਲੋਂ ਇੱਕ ਮੁੱਦਾ ਜਿਹੜਾ ਇੱਕ ਪਹਿਲ ਕੀਤੀ ਗਈ ਹੈ ਵੀ ਸਮਾਜਿਕ ਮੁੱਦਿਆਂ ਨੂੰ ਚੁੱਕਣਾ, ਪ੍ਰਗਤੀਸ਼ੀਲ ਦੇਸ਼ ਜਾਂ ਸੂਬਾ ਬਣਾਉਣਾ, ਅਤੇ ਜਿਹੜੇ ਵਿਕਾਸਸ਼ੀਲ ਕੰਨੀ ਰਾਹਾਂ ਦੇ ਉੱਤੇ ਦੇਸ਼ ਨੂੰ ਲੈ ਜਾਣਾ, ਸੂਬੇ ਨੂੰ ਲੈ ਜਾਣਾ, ਸਮਾਜ ਲੈ ਜਾਣਾ। ਤੁਸੀਂ ਆਲ ਇੰਡੀਆ ਪ੍ਰੋਗਰੈਸਿਵ ਪੋਲਿਟਿਕਸ ਐਸੋਸੀਏਸ਼ਨ ਦੇ ਇਸ ਉਪਰਾਲੇ ਨੂੰ, ਇਸ ਪਹਿਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਵੀ ਕੀ ਲੱਗਦਾ ਵੀ ਇਹਦੇ ਨਾਲ ਕੋਈ ਸਮਾਜ ਨੂੰ ਫਾਇਦਾ ਹੋਏਗਾ? ਮੈਂ ਇਸ ਐਸੋਸੀਏਸ਼ਨ ਨੂੰ ਵਧਾਈ ਦੇਣਾ ਚਾਹੁੰਦੀ ਹਾਂ ਕਿ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਇਹਨਾਂ ਨੇ ਆਪਣੀ ਲਾਭ ਨਾ ਦੇਖਦੇ ਹੋਏ, ਨਿੱਜੀ ਲਾਭ ਨਾ ਦੇਖਦੇ ਹੋਏ ਇੱਕ ਬਹੁਤ ਵਧੀਆ ਮੁੱਦੇ ਨੂੰ ਚੁਣਿਆ ਹੈ। ਚੰਗੇ ਰਾਹ 'ਤੇ ਚੱਲਣ ਵਾਲਿਆਂ ਲਈ ਮੁਸ਼ਕਿਲਾਂ ਤਾਂ ਜ਼ਰੂਰ ਆਉਂਦੀਆਂ ਨੇ, ਲੇਕਿਨ ਅਖੀਰ ਦੇ ਵਿੱਚ ਵਿਜੈ ਸ਼੍ਰੀ ਵੀ ਮਿਲਦੀ ਹੈ। ਬਹੁਤ ਵਧੀਆ ਗੱਲ ਹੈ ਕਿ ਤੁਸੀਂ ਸਮਾਜਿਕ ਮੁੱਦਿਆਂ ਨੂੰ ਲੈ ਕੇ ਚੱਲ ਰਹੇ ਹੋ, ਲੋਕਾਂ ਦੀ ਜਾਣਕਾਰੀ ਦੇ ਵਿੱਚ ਲਿਆ ਰਹੇ ਹੋ। ਬਹੁਤ ਵਧੀਆ ਗੱਲ ਹੈ, ਬਹੁਤ ਵਧਾਈ ਦੇ ਪਾਤਰ ਹੋ ਤੁਸੀਂ। ਉਮੀਦ ਕਰਦੀ ਹਾਂ ਕਿ ਤੁਹਾਨੂੰ ਇਸ ਦੇ ਵਿੱਚ ਬੜੀ ਵੱਡੀ ਸਫਲਤਾ ਵੀ ਮਿਲੇ। ਤਾਂ ਤੁਸੀਂ ਦੇਖ ਸਕਦੇ ਹੋ, ਅਸੀਂ ਅੱਜ ਜੋ ਭਾਜਪਾ ਸੂਬਾ ਸੀਨੀਅਰ ਮੀਤ ਪ੍ਰਧਾਨ ਮੈਡਮ ਅਰਚਨਾ, ਜੋ ਕਿ ਆਪਣੀ ਕਿਰਤ ਦੇ ਲਈ ਪ੍ਰਿੰਸੀਪਲ ਦੇ ਤੌਰ 'ਤੇ SD ਸੀਨੀਅਰ ਸੈਕੰਡਰੀ ਸਕੂਲ ਕੱਟੂ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਅੱਜ ਅਸੀਂ ਉਹਨਾਂ ਦੇ ਵਿਚਾਰ ਜਾਣੇ ਸੀ ਵੀ ਕਿਸ ਤਰ੍ਹਾਂ ਦਾ ਉਹ ਪੰਜਾਬ, ਕਿਸ ਤਰ੍ਹਾਂ ਦਾ ਦੇਸ਼ ਜਾਂ ਕਿਸ ਤਰ੍ਹਾਂ ਦਾ 5 ਦਰਿਆਵਾਂ ਦਾ ਜੋ ਪੰਜਾਬ ਹੈ ਉਹ ਸੂਬੇ ਨੂੰ ਕਿਸ ਤਰ੍ਹਾਂ ਦਾ ਦੇਖਣਾ ਚਾਹੁੰਦੇ ਹੈ। ਕਿਉਂਕਿ ਜੋ ਸ਼ਿਕਸ਼ਕ ਹੁੰਦਾ ਹੈ ਉਹ ਇੱਕ, ਜਿੱਥੇ ਸਿੱਖਿਆ ਤੀਜੀ ਨੇਤਰ ਹੁੰਦੀ ਹੈ ਬੰਦੇ ਦੀ, ਅਤੇ ਸਿਕਸ਼ਕ ਹੁੰਦਾ ਜਿਹੜਾ ਉਹ ਇੱਕ ਵੱਡਾ ਮਾਰਗਦਰਸ਼ਕ ਹੁੰਦਾ ਗਾ, ਇੱਕ ਗੁਰੂ ਹੁੰਦਾ ਗਾ, ਜਿਹਨੇ ਨੌਜਵਾਨ ਜੋ ਦੇਸ਼ ਦਾ ਭਵਿੱਖ ਹੁੰਦਾ ਉਸ ਨੂੰ ਸਵਾਰਨਾ ਹੁੰਦਾ, ਉਸ ਨੂੰ ਸਹੀ ਰਸਤੇ ਪਾਉਣਾ ਹੁੰਦਾ। ਅੱਜ ਅਸੀਂ ਉਹਨਾਂ ਦੇ ਵਿਚਾਰ ਜਾਣੇ, ਜਿਨ੍ਹਾਂ ਦੇ ਵਿਚਾਰ ਸੀਗੇ ਵੀ ਜੋ ਦੇਸ਼ ਹੈ ਜਾਂ ਸੂਬਾ ਹੈ ਉਹ ਭ੍ਰਿਸ਼ਟਾਚਾਰ ਮੁਕਤ ਹੋਣਾ ਚਾਹੀਦਾ, ਨਸ਼ਾ ਮੁਕਤ ਹੋਣਾ ਚਾਹੀਦਾ, ਮਹਿਲਾਵਾਂ ਦੀ ਸੁਰੱਖਿਆ ਹੋਣੀ ਚਾਹੀਦੀ ਹੈ, ਸਿੱਖਿਆ ਦਾ ਮਿਆਰ ਹੈ ਜਿਹੜਾ ਉਹ ਉੱਚਾ ਹੋਣਾ ਚਾਹੀਦਾ, ਅਤੇ ਜੋ ਮੁਫਤਖੋਰੀ ਹੈਗੀ ਜਿਸ ਨੂੰ ਉਹ ਬੰਦ ਹੋਣੀ ਚਾਹੀਦੀ ਹੈਗੀ, ਜਿਸ ਨੂੰ ਸਰਕਾਰਾਂ ਜੋ ਮੈਨੀਫੈਸਟੋ 'ਚ ਲੈ ਕੇ ਮੁਫਤਖੋਰੀ ਨੂੰ ਤਵੱਜੋ ਦਿੰਦੀ ਹੈਗੀ ਵੀ ਉਹ ਜਿਹੜੀ ਬੰਦ ਹੋਣੀ ਚਾਹੀਦੀ ਹੈ।
ਇਸ ਤਰ੍ਹਾਂ ਹੀ ਅਸੀਂ ਤੁਹਾਨੂੰ ਹੋਰ ਵੀ ਜੋ ਸਮਾਜ ਦੇ ਵਿੱਚ ਮੁੱਦੇ ਨੇ ਜਾਂ ਕਿਸ ਤਰ੍ਹਾਂ ਪ੍ਰਗਤੀਸ਼ੀਲ ਸਮਾਜ ਬਣਾਇਆ ਜਾ ਸਕਦਾ ਹੈ ਉਸ ਦੇ ਨਾਲ ਤੁਹਾਨੂੰ ਜੋੜਦੇ ਰਹਾਂਗੇ। ਆਈਪਾ ਦੇ ਨਾਲ ਤੁਸੀਂ ਜੁੜੇ ਰਹੋ। ਮੈਂ ਬਰਨਾਲਾ ਤੋਂ ਸੋਨੂ ਉੱਪਲ ਤੇ ਸਾਡੇ ਨਾਲ ਅੱਜ ਸੀ ਮੈਡਮ ਅਰਚਨਾ ਸ਼ਰਮਾ। ਨਮਸਕਾਰ ਜੀ।